ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੀਡੀਓ ਵਿੱਚ ਅਸੀਂ ਆਇਲਸ ਰਾਈਟਿੰਗ ਟਾਸਕਸ 1 ਐਂਡ 2 ਵਿੱਚ ਹਾਊਐਵਰ ਵਰਡ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਉਹ ਦੱਸਾਂਗੇ ਤੇ ਨਾਲ ਹੀ ਸੈਮੀਕੋਲਨ ਦੀ ਵਰਤੋਂ ਬਾਰੇ ਵੀ ਦੱਸਾਂਗੇ। ਇਹ ਦੱਸਿਆ ਜਾਵੇਗਾ ਕਿ ਸੈਮੀਕੋਲਨ ਦੀ ਵਰਤੋਂ ਕਿਸ ਤਰੀਕੇ ਨਾਲ ਅਤੇ ਸੈਂਟੈਂਸ ਦੇ ਕਿੱਥੇ ਕੀਤੀ ਜਾਂਦੀ, ਸੈਂਟੈਂਸ ਦੀ ਕਿਹੜੀ ਪੋਜੀਸ਼ਨ ਵਿੱਚ ਕੀਤੀ ਜਾਂਦੀ ਹੈ ਹਾਊਐਵਰ ਦੇ ਨਾਲ, ਤਾਂ ਕਿ ਤੁਹਾਡਾ ਬਿਲਕੁਲ ਹੀ ਸਹੀ ਕੰਪਲੈਕਸ ਸੈਂਟੈਂਸ ਬਣ ਸਕੇ। ਤੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਹਾਊਐਵਰ ਵਰਡ ਦੇ ਮਤਲਬ ਤੋਂ। ਇਹਦਾ ਮਤਲਬ ਕੀ ਹੈ? ਹਾਊਐਵਰ ਵਰਡ ਦਾ ਮਤਲਬ ਬਟ ਹੁੰਦਾ ਹੈ। ਪੰਜਾਬੀ ਵਿੱਚ ਇਸ ਸ਼ਬਦ ਦਾ ਅਰਥ ਹੈ ਪਰ। ਬਟ ਦੀ ਜਗ੍ਹਾ ਅਸੀਂ ਇਸ ਸ਼ਬਦ ਨੂੰ ਇਸਤੇਮਾਲ ਕਰਦੇ ਹਾਂ ਕਿਉਂਕਿ ਇਹ ਫਾਰਮਲ ਵਰਡ ਹੈ। ਹਾਊਐਵਰ ਇੱਕ ਫਾਰਮਲ ਵਰਡ ਹੈ, ਇਸ ਕਰਕੇ ਉਹਨੂੰ ਇਸਤੇਮਾਲ ਕਰਨਾ ਜ਼ਿਆਦਾ ਵਧੀਆ ਹੈ ਆਇਲਸ ਰਾਈਟਿੰਗ ਟਾਸਕ 1 ਅਤੇ ਟਾਸਕ 2 ਵਿੱਚ। ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿ ਹਾਊਐਵਰ ਕਿਵੇਂ ਸੈਂਟੈਂਸਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਰਾਈਟਿੰਗ ਟਾਸਕ 1 ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਰਾਈਟਿੰਗ ਟਾਸਕ 1 ਦੀ ਗੱਲ ਕਰਦੇ ਹਾਂ। ਰਾਈਟਿੰਗ ਟਾਸਕ 1 ਵਿੱਚ ਇੰਟਰੋਡਕਸ਼ਨ ਪੈਰਾਗ੍ਰਾਫ ਤੋਂ ਬਾਅਦ ਜਦੋਂ ਅਸੀਂ ਫਸਟ ਬੋਡੀ ਪੈਰਾਗ੍ਰਾਫ ਲਿਖਦੇ ਹਾਂ, ਉਹਦੇ ਵਿੱਚ ਓਵਰਆਲ ਲਿਖਦੇ ਹਾਂ ਅਤੇ ਉਹਦੇ ਵਿੱਚ ਅਕਸਰ ਅਸੀਂ ਇਹ ਦੱਸਦੇ ਹਾਂ ਕਿ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਸੀ, ਸਭ ਤੋਂ ਘੱਟ ਕੀ ਹੋਇਆ। ਠੀਕ ਹੈ, ਉਹਦੇ ਵਿੱਚ ਅਸੀਂ ਹਾਊਐਵਰ ਵਰਡ ਨੂੰ ਇਸਤੇਮਾਲ ਕਰ ਸਕਦੇ ਹਾਂ। The intake of low fat was the highest in the year 2002। ਇਹ ਕੰਜ਼ੰਪਸ਼ਨ ਬਾਰੇ ਗ੍ਰਾਫ ਸੀ, ਕੰਜ਼ੰਪਸ਼ਨ ਬਾਰੇ ਪਾਈ ਚਾਰਟ ਸੀ, ਜਿਹਦੇ ਵਿੱਚ ਦਿੱਤਾ ਗਿਆ ਸੀਗਾ ਕਿ ਜੇ ਕੰਜ਼ੰਪਸ਼ਨ ਸੀ ਜਿਹੜੀ ਅਲੱਗ-ਅਲੱਗ ਫੂਡ ਦੀ, ਲੋ ਫੈਟ ਦੀ, ਬਟਰ ਦੀ, ਉਹ ਕਿੰਨੀ ਸੀ ਹਰ ਇੱਕ ਸਾਲ ਵਿੱਚ 2002 ਤੋਂ ਲੈ ਕੇ 2010 ਤੱਕ। ਅਤੇ ਇਹਦੇ ਵਿੱਚ ਜੇ ਓਵਰਆਲ ਅਸੀਂ ਸੈਂਟੈਂਸ ਦੇਖਣਾ ਹੋਏ ਬੋਡੀ ਪੈਰਾਗ੍ਰਾਫ ਫਸਟ ਵਿੱਚ, ਅਤੇ ਅਸੀਂ ਉਹਨੂੰ ਇੱਦਾਂ ਲਿਖ ਸਕਦੇ ਹਾਂ, ਦ ਇਨਟੇਕ ਆਫ ਲੋ ਫੈਟ was the highest in the year 2002। ਇੱਥੇ ਸਾਡਾ ਸੈਂਟੈਂਸ ਖਤਮ ਹੋ ਜਾਂਦਾ ਹੈ। ਇੱਥੇ ਅਸੀਂ ਹਾਊਐਵਰ ਵਰਡ ਯੂਜ਼ ਨਹੀਂ ਕੀਤਾ, ਵਰਡ ਸੈਂਟੈਂਸ ਸਾਡਾ ਫੁੱਲ ਸਟਾਪ ਲੱਗ ਗਿਆ, 2002 'ਚ ਖਤਮ ਹੋ ਗਿਆ ਕਿ 2002 ਵਿੱਚ ਸਭ ਤੋਂ ਜ਼ਿਆਦਾ ਇਨਟੇਕ ਕਿਸ ਚੀਜ਼ ਦਾ ਸੀ? ਲੋ ਫੈਟ ਦਾ ਸੀ। ਉਸ ਤੋਂ ਬਾਅਦ ਫੁੱਲ ਸਟਾਪ ਤੋਂ ਬਾਅਦ ਅਸੀਂ ਇੱਥੇ ਲਗਾਉਣਾ ਹੈ ਹਾਊਐਵਰ। ਬਟ ਦੀ ਜਗ੍ਹਾ 'ਤੇ ਹਾਊਐਵਰ, ਪਰੰਤੂ, ਪਰ। ਜਿਹੜਾ ਇਨਟੇਕ, ਜਿਹੜੀ ਕੰਜ਼ੰਪਸ਼ਨ ਸੀ, ਹੁਣ ਇਨਟੇਕ ਦੀ ਜਗ੍ਹਾ ਅਸੀਂ ਸਿਨੋਨਿਮ ਯੂਜ਼ ਕਰ ਲਿਆ ਕੰਜ਼ੰਪਸ਼ਨ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਾਈਟਿੰਗ ਵਿੱਚ ਅਸੀਂ ਵੈਰਾਈਟੀ ਆਫ ਵਰਡਸ ਯੂਜ਼ ਕਰਨੇ ਹੁੰਦੇ, ਵੇਰੀਏਸ਼ਨ ਯੂਜ਼ ਕਰਨੀ ਹੁੰਦੀ ਹੈ, ਵਰਡਸ ਦੇ ਸਿਨੋਨਿਮਸ ਯੂਜ਼ ਕਰਨੇ ਹੁੰਦੇ ਹੈ। ਅਤੇ ਇਹਦੇ ਵਿੱਚ ਇਨਟੇਕ ਦੀ ਜਗ੍ਹਾ ਸਾਡਾ ਕੀ ਆ ਗਿਆ? ਵਰਡ ਅਗਲਾ ਕੰਜ਼ੰਪਸ਼ਨ। ਹਾਊਐਵਰ ਕੋਮਾ, ਇੱਥੇ ਤੁਸੀਂ ਕੋਮਾ ਜ਼ਰੂਰ ਲਗਾਉਣਾ ਹੈ। ਹਾਊਐਵਰ ਇੱਥੇ ਐਜ਼ ਅ ਕਨੈਕਟਰ ਯੂਜ਼ ਹੋਇਆ, ਜਿਹੜਾ ਕਿ ਇਸ ਲਾਈਨ ਨੂੰ ਪਿਛਲੀ ਲਾਈਨ ਨਾਲ ਕਨੈਕਟ ਕਰਦਾ ਹੈ। ਹਾਊਐਵਰ ਕੋਮਾ the consumption of butter was the least in the same year। ਇਸੀ ਸਾਲ ਵਿੱਚ, ਸੇਮ ਈਅਰ ਕਿਹੜੇ ਸਾਲ ਵਿੱਚ? 2002 ਦੀ ਹੀ ਗੱਲ ਕੀਤੀ ਜਾ ਰਹੀ ਹੈ। 2002 ਵਿੱਚ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਲੋ ਫੈਟ ਦੀ ਸੀ ਅਤੇ ਸਭ ਤੋਂ ਘੱਟ ਕੰਜ਼ੰਪਸ਼ਨ ਬਟਰ ਦੀ ਸੀ। ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅਸੀਂ? ਫੁੱਲ ਸਟਾਪ ਤੋਂ ਬਾਅਦ ਜਦੋਂ ਅਸੀਂ ਹਾਊਐਵਰ ਯੂਜ਼ ਕਰਦੇ ਹਾਂ ਅਤੇ ਹਾਊਐਵਰ ਦਾ H ਕੈਪੀਟਲ ਹੋਣਾ ਚਾਹੀਦਾ ਹੈ। ਹਾਊਐਵਰ ਤੋਂ ਬਾਅਦ ਕੋਮਾ ਪੈਣਾ ਜ਼ਰੂਰੀ ਹੈ। ਹਾਊਐਵਰ ਇੱਥੇ ਐਜ਼ ਅ ਕਨੈਕਟਰ ਯੂਜ਼ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਸੈਂਟੈਂਸ ਨੂੰ ਦੂਸਰੇ ਸੈਂਟੈਂਸ ਨਾਲ ਜੋੜ ਰਿਹਾ। ਕਿਵੇਂ ਜੋੜ ਰਿਹਾ ਹੈ? 2002 ਦੀ ਹੀ ਗੱਲ ਕਰ ਰਿਹਾ ਕਿ 2002 ਵਿੱਚ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਕਿਸ ਚੀਜ਼ ਦੀ ਸੀ ਔਰ ਉਸੇ ਸਾਲ ਵਿੱਚ ਸਭ ਤੋਂ ਘੱਟ ਕੰਜ਼ੰਪਸ਼ਨ ਕਿਸ ਚੀਜ਼ ਦੀ ਹੈ। ਇਹਨਾਂ ਦੋਨਾਂ ਗੱਲਾਂ ਨੂੰ ਜੋੜ ਰਿਹਾ, ਦੋਨਾਂ ਸੈਂਟੈਂਸਸ ਨੂੰ ਇਹ ਵਰਡ ਐਜ਼ ਅ ਕਨੈਕਟਰ ਯੂਜ਼ ਹੋ ਰਿਹਾ ਹੈ ਹਾਊਐਵਰ। ਅਤੇ ਜਦੋਂ ਕਿਤੇ ਫਰਕ ਹੋਵੇ ਤਦੋਂ ਇਹ ਵਰਡ ਯੂਜ਼ ਕੀਤਾ ਜਾਂਦਾ ਹੈ। ਫਰਕ ਹੈ ਇੱਥੇ ਬਹੁਤ ਵੱਡਾ। ਪਹਿਲਾਂ ਦੱਸਿਆ ਗਿਆ ਕਿ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਕਿਹਦੀ ਸੀ, ਉਸ ਤੋਂ ਬਾਅਦ ਫਰਕ ਲਿਆਂਦਾ ਗਿਆ ਕਿ ਸਭ ਤੋਂ ਘੱਟ ਕੰਜ਼ੰਪਸ਼ਨ ਬਾਰੇ ਗੱਲ ਕੀਤੀ ਗਈ ਹੈ। ਅਤੇ ਜਦੋਂ ਫਰਕ ਦੀ ਗੱਲ ਕੀਤੀ ਜਾਵੇ ਤਾਂ ਇਹ ਵਰਡ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਅਸੀਂ ਨੈਕਸਟ ਐਗਜ਼ਾਮਪਲ ਕਰਾਂਗੇ। The birth rate was the maximum during 2000 semicolon, however, comma, it was the lowest in 2010। ਇਹਦੇ ਵਿੱਚ ਕੀ ਫਰਕ ਹੈ? ਇਹਦੇ ਵਿੱਚ ਸਾਲ ਦਾ ਫਰਕ ਹੈ, ਬਟ ਬਰਥ ਰੇਟ ਜਿਹੜਾ ਸਬਜੈਕਟ ਹੈ ਉਹ ਸੇਮ ਹੈ। ਜਦੋਂ ਸਾਡਾ ਸਬਜੈਕਟ ਸੇਮ ਹੋਵੇ ਤਾਂ ਅਸੀਂ ਸੈਮੀਕੋਲਨ ਪਾ ਕੇ, ਹਾਊਐਵਰ ਪਾ ਕੇ, ਕੋਮਾ ਪਾਣਾ ਹੈ ਅਤੇ ਉਹਨੂੰ ਅਸੀਂ ਕੰਪਲੈਕਸ ਸੈਂਟੈਂਸ ਬਣਾਉਣਾ ਹੈ।
ਦੁਬਾਰਾ ਰਿਪੀਟ ਕਰਦੀ ਹਾਂ, ਜਦੋਂ ਸਾਡਾ ਸਬਜੈਕਟ ਸੇਮ ਹੋਵੇ। ਠੀਕ ਹੈ, ਪਿਛਲੇ ਸੈਂਟੈਂਸ ਵਿੱਚ, ਪਿਛਲੀ ਐਗਜ਼ਾਮਪਲ ਵਿੱਚ ਅਸੀਂ ਕੀਤਾ ਸੀ ਕਿ ਸੇਮ ਈਅਰ ਵਿੱਚ ਸਾਡਾ ਸਬਜੈਕਟ ਡਿਫਰੈਂਟ ਸੀ। ਇੱਕ ਪਾਸੇ ਅਸੀਂ ਬਟਰ ਦੀ ਗੱਲ ਕਰ ਰਹੇ ਸੀਗੇ, ਇੱਕ ਪਾਸੇ ਅਸੀਂ ਲੋ ਫੈਟ ਦੀ ਗੱਲ ਕਰ ਰਹੇ ਸੀ। ਦੋ ਪ੍ਰੋਡਕਟਸ ਸਾਡੇ ਵੱਖਰੇ ਵੱਖਰੇ ਸੀ, ਇਸ ਕਰਕੇ ਉੱਥੇ ਅਸੀਂ ਇੱਕੋ ਸੈਂਟੈਂਸ ਨਹੀਂ ਬਣਾ ਸਕਦੇ ਸੀ। ਇੱਥੇ ਸਾਡੇ ਬਰਥ ਰੇਟ ਦੀ ਹੀ ਗੱਲ ਹੋ ਰਹੀ ਹੈ, ਇੱਥੇ ਸਾਡੇ ਬਰਥ ਰੇਟ ਐਂਡ ਡੈਥ ਰੇਟ ਦੀ ਗੱਲ ਨਹੀਂ ਹੋ ਰਹੀ, ਸਿਰਫ ਬਰਥ ਰੇਟ ਦੀ ਗੱਲ ਹੋ ਰਹੀ ਹੈ ਕਿ ਬਰਥ ਰੇਟ ਸਭ ਤੋਂ ਜ਼ਿਆਦਾ ਕਿੱਥੇ ਸੀ ਤੇ ਬਰਥ ਰੇਟ ਸਭ ਤੋਂ ਘੱਟ ਕਿੱਥੇ ਸੀ। ਇਸ ਬਾਰੇ ਸਬਜੈਕਟ ਸਾਡਾ ਇੱਕੋ ਹੀ ਹੈ। ਠੀਕ ਹੈ ਜੀ, ਪਹਿਲੀ ਗੱਲ ਤੇ ਇਹੀ ਹੈ। ਦੂਸਰੀ ਗੱਲ ਇਹ ਹੈ ਕਿ ਸੈਮੀਕੋਲਨ ਦੀ ਵਰਤੋਂ ਕਿੱਦਾਂ ਹੋ ਰਹੀ ਹੈ। ਸੈਮੀਕੋਲਨ ਦੀ ਵਰਤੋਂ ਕਰਕੇ ਅਸੀਂ ਇਹਨੂੰ ਕੰਪਲੈਕਸ ਸੈਂਟੈਂਸ ਬਣਾ ਰਹੇ। ਕੰਪਲੈਕਸ ਸੈਂਟੈਂਸ ਕਿੱਦਾਂ ਆ? ਇਹ ਕੰਪਲੈਕਸ ਸੈਂਟੈਂਸ ਇਸ ਤਰੀਕੇ ਨਾਲ ਕਿ ਇਹਦੇ ਵਿੱਚ ਦੋ ਇੰਡੀਪੈਂਡੈਂਟ ਕਲੌਜ਼ਸ ਹੈ ਜਿਹੜੇ ਕਿ ਜੁਆਇਨ ਕੀਤੇ ਗਏ ਹੈ, ਜੋੜੇ ਗਏ ਹੈ ਹਾਊਐਵਰ ਦੇ ਨਾਲ। ਠੀਕ ਹੈ, ਇੰਡੀਪੈਂਡੈਂਟ ਦੋ ਕਲੌਜ਼ਸ ਕਿਹੜੇ ਨੇ ਕਿ ਬਰਥ ਰੇਟ ਮੈਕਸਿਮਮ ਸੀ ਤੇ ਬਰਥ ਰੇਟ ਲੋਐਸਟ ਸੀ। ਇਹ ਦੋ ਇੰਡੀਪੈਂਡੈਂਟ ਕਲੌਜ਼ਸ ਹੈ, ਇਹਨਾਂ ਨੂੰ ਜੋੜਿਆ ਗਿਆ ਹੈ ਹਾਊਐਵਰ ਦੇ ਨਾਲ। ਠੀਕ ਹੈ, ਇਸ ਤਰੀਕੇ ਨਾਲ ਹੁਣ ਇੱਥੇ ਇੱਕੋ ਹੀ ਸੈਂਟੈਂਸ ਹੈ, ਇਸ ਕਰਕੇ ਇੱਥੇ ਹਾਊਐਵਰ ਦਾ ਐਚ ਕੈਪੀਟਲ ਨਹੀਂ ਆਏਗਾ। ਜੇ ਤੁਸੀਂ ਇੱਥੇ ਐਚ ਕੈਪੀਟਲ ਲਿਖ ਦੋਗੇ ਤਾਂ ਤੁਹਾਡਾ ਸਾਰਾ ਸੈਂਟੈਂਸ ਗਲਤ ਹੋ ਜਾਏਗਾ। ਪੰਚੁਏਸ਼ਨ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ YouTube ਵਿੱਚ ਇਸ ਚੈਨਲ ਵਿੱਚ ਪਾਈ ਗਈ ਹੈ ਕਿ ਪੰਚੁਏਸ਼ਨ, ਇਹ ਸਭ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਇਲਸ ਵਿੱਚ ਵਧੀਆ ਬੈਂਡਸ ਆਉਣ। ਫਿਰ ਹੁਣ ਅਸੀਂ ਗੱਲ ਕਰਦੇ ਹਾਂ ਸੈਮੀਕੋਲਨ ਤੋਂ ਬਾਅਦ ਅਸੀਂ ਕੀ ਗੱਲ ਕਰਾਂਗੇ, ਅਸੀਂ ਕੀ ਲਿਖਾਂਗੇ ਹਾਊਐਵਰ, ਫਿਰ ਉਸ ਤੋਂ ਬਾਅਦ ਕੌਮਾ ਲਿਖਣਾ ਫਿਰ ਜ਼ਰੂਰੀ ਹੈ। ਹਾਊਐਵਰ ਤੋਂ ਬਾਅਦ ਕੌਮਾ, ਹਾਊਐਵਰ ਤੋਂ ਪਹਿਲਾਂ ਸੈਮੀਕੋਲਨ, ਉਸ ਤੋਂ ਬਾਅਦ ਐਂਡ ਵਿੱਚ ਆਏਗਾ ਫੁੱਲ ਸਟਾਪ, ਕਿਉਂਕਿ ਇਹ ਇੱਕੋ ਸੈਂਟੈਂਸ ਬਣਾਇਆ ਗਿਆ ਹੈ। ਠੀਕ ਹੈ ਜੀ, ਦ ਬਰਥ ਰੇਟ ਵਾਜ਼ ਦ ਮੈਕਸਿਮਮ ਡਿਊਰਿੰਗ 2000 ਵਿੱਚ ਬਰਥ ਰੇਟ ਸਭ ਤੋਂ ਜ਼ਿਆਦਾ ਸੀ, ਸੈਮੀਕੋਲਨ, ਹਾਊਐਵਰ, ਕੌਮਾ। ਇਟ ਵਾਜ਼, ਇਟ ਕਿਹਦੀ ਜਗ੍ਹਾ ਲਗਾਇਆ ਗਿਆ ਹੈ? ਬਰਥ ਰੇਟ ਦੀ ਜਗ੍ਹਾ ਲਗਾਇਆ ਗਿਆ ਹੈ। ਇਟ ਵਾਜ਼ ਦ ਲੋਐਸਟ ਇਨ 2010, 2010 ਵਿੱਚ ਸਭ ਤੋਂ ਜ਼ਿਆਦਾ ਘੱਟ ਸੀ ਤੇ 2000 ਵਿੱਚ ਸਭ ਤੋਂ ਜ਼ਿਆਦਾ ਸੀ ਬਰਥ ਰੇਟ। ਮੈਂ ਦੁਬਾਰਾ ਇਹ ਗੱਲ ਕਹਿਣਾ ਚਾਹਾਂਗੀ ਕਿ ਪੰਚੁਏਸ਼ਨ ਦਾ ਧਿਆਨ ਜ਼ਰੂਰ ਰੱਖਣਾ ਹੈ। ਇਹ ਕੰਪਲੈਕਸ ਸੈਂਟੈਂਸ ਹੈ, ਕੰਪਲੈਕਸ ਸੈਂਟੈਂਸ ਵਿੱਚ ਹਾਊਐਵਰ ਦਾ ਐਚ ਕੈਪੀਟਲ ਨਹੀਂ ਆਏਗਾ। ਜਦੋਂ ਅਸੀਂ ਦੂਸਰਾ ਸੈਂਟੈਂਸ ਸ਼ੁਰੂ ਕਰਦੇ ਹਾਂ, ਦੋ ਸੈਂਟੈਂਸਸ ਵਿੱਚ ਗੱਲ ਕਰਦੇ ਹਾਂ, ਤਦੋਂ ਅਸੀਂ ਹਾਊਐਵਰ ਸਟਾਰਟਿੰਗ ਵਿੱਚ ਲਿਖਦੇ ਹਾਂ ਸੈਂਟੈਂਸ ਦੇ, ਦੂਸਰੇ ਸੈਂਟੈਂਸ ਦੇ, ਤਦੋਂ ਐਚ ਕੈਪੀਟਲ ਆਏਗਾ। ਉੱਦਾਂ ਇੱਕੋ ਹੀ ਸੈਂਟੈਂਸ ਵਿੱਚ ਜਦੋਂ ਅਸੀਂ ਸੈਮੀਕੋਲਨ ਯੂਜ਼ ਕਰਦੇ ਹਾਂ ਤਦੋਂ ਐਚ ਕੈਪੀਟਲ ਨਹੀਂ ਆਏਗਾ। ਸੈਮੀਕੋਲਨ ਤੋਂ ਬਾਅਦ ਹਾਊਐਵਰ, ਉਸ ਤੋਂ ਬਾਅਦ ਕੌਮਾ ਔਰ ਫੁੱਲ ਸਟਾਪ ਐਂਡ ਵਿੱਚ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਜੇ ਸਬਜੈਕਟਸ ਡਿਫਰੈਂਟ ਹੋਣ, ਵੱਖ-ਵੱਖ ਹੋਣ, ਤਾਂ ਫਿਰ ਅਸੀਂ ਦੋ ਸੈਂਟੈਂਸ ਬਣਾ ਸਕਦੇ ਹਾਂ। ਇੱਕ ਕੰਪਲੈਕਸ ਸੈਂਟੈਂਸ ਨਹੀਂ ਬਣਾਵਾਂਗੇ ਹਾਊਐਵਰ ਨੂੰ ਯੂਜ਼ ਕਰਕੇ, ਅਸੀਂ ਦੋ ਸੈਂਟੈਂਸ ਵੱਖਰੇ ਬਣਾਵਾਂਗੇ ਉੱਥੇ ਹਾਊਐਵਰ ਨੂੰ ਐਜ਼ ਅ ਕਨੈਕਟਰ ਯੂਜ਼ ਕਰਕੇ। ਤੇ ਜੇ ਸਾਡੇ ਸਬਜੈਕਟ ਇੱਕੋ ਹੋਵੇ, ਸੇਮ ਸਬਜੈਕਟ ਦੀ ਗੱਲ ਕੀਤੀ ਜਾਵੇ, ਫਿਰ ਅਸੀਂ ਕੰਪਲੈਕਸ ਸੈਂਟੈਂਸ ਬਣਾ ਸਕਦੇ ਹਾਂ ਉਹ 'ਚ ਸੈਮੀਕੋਲਨ ਯੂਜ਼ ਕਰਕੇ ਹਾਊਐਵਰ ਦੇ ਨਾਲ। ਤੇ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। ਇਸ ਗ੍ਰਾਫ ਵਿੱਚ ਮਨੀ ਸਪੈਂਟ ਔਨ ਬੁੱਕਸ, ਮਨੀ ਸਪੈਂਟ ਕੀਤਾ ਗਿਆ ਹੈ ਬੁੱਕਸ ਦੇ ਉੱਤੇ, ਡਾਲਰਸ, US ਡਾਲਰਸ। ਠੀਕ ਹੈ, ਮਿਲੀਅਨਸ ਵਿੱਚ 10 ਮਿਲੀਅਨ ਡਾਲਰਸ, 20 ਮਿਲੀਅਨ ਡਾਲਰਸ, 30 ਮਿਲੀਅਨ ਡਾਲਰਸ, 40 ਮਿਲੀਅਨ ਡਾਲਰਸ। ਹੁਣ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਕੰਟਰੀਜ਼ ਹੈ, 4 ਕੰਟਰੀਜ਼ ਦਿੱਤੇ ਹੋਏ ਹੈ। ਉੱਥੇ ਡਿਫਰੈਂਟ ਕੰਟਰੀਜ਼ ਵਿੱਚ ਕਿੰਨਾ ਪੈਸਾ ਸਪੈਂਡ ਕੀਤਾ ਜਾਂਦਾ, ਕਿੰਨਾ ਪੈਸਾ ਖਰਚਿਆ ਗਿਆ ਬੁੱਕਸ ਦੇ ਉੱਤੇ ਇਹਨਾਂ ਸਾਲਾਂ ਵਿੱਚ। ਠੀਕ ਹੈ, ਤੇ ਸਾਡੇ ਡਿਫਰੈਂਟ ਸਬਜੈਕਟਸ ਕਿਹੜੇ ਹੋ ਗਏ? ਡਿਫਰੈਂਟ ਕੰਟਰੀਜ਼, ਜਰਮਨੀ, ਫਰਾਂਸ, ਇਟਲੀ, ਆਸਟਰੀਆ, ਇਹ ਸਾਡੇ ਡਿਫਰੈਂਟ ਸਬਜੈਕਟਸ ਹੋ ਗਏ। ਸਭ ਤੋਂ ਥੱਲੇ ਵਾਲੀ ਲਾਈਨ ਹੈ ਜਿਹੜੀ ਸਾਡੀ ਆਸਟਰੀਆ ਦੀ ਹੈ, ਫਿਰ ਯੈਲੋ ਕਲਰ ਦੀ ਲਾਈਨ ਸਾਡੀ ਇਟਲੀ ਦੀ ਹੈ, ਫਿਰ ਉਸ ਤੋਂ ਬਾਅਦ ਫਰਾਂਸ ਆ ਜਾਂਦਾ ਹੈ, ਫਿਰ ਸਭ ਤੋਂ ਉੱਪਰ ਵਾਲੀ ਲਾਈਨ ਹੈ ਜਿਹੜੀ ਉਹ ਜਰਮਨੀ ਦੀ ਹੈ। ਤੇ ਪਹਿਲੇ ਦੋ ਸੈਂਟੈਂਸ ਜਿਹੜੇ ਅਸੀਂ ਬਣਾ ਸਕਦੇ ਹਾਂ ਉਹ ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸ ਦਿੰਦੀ ਹਾਂ। ਪਹਿਲਾ ਸੈਂਟੈਂਸ ਹੈ ਆਸਟਰੀਆ ਵਾਲੀ ਗੱਲ ਕਰਾਂਗੀ। ਆਸਟਰੀਆ ਨੇ ਸਭ ਤੋਂ ਘੱਟ ਖਰਚ ਕੀਤਾ ਕਿਤਾਬਾਂ ਦੇ ਉੱਤੇ ਕਿਹੜੇ ਸਾਲ ਵਿੱਚ? 1995 ਦੇ ਵਿੱਚ। ਪਹਿਲਾ ਸਾਲ ਹੈ ਜਿਹੜਾ ਉਹ 'ਚ ਦਿੱਤਾ ਹੋਇਆ ਕਿ ਸਭ ਤੋਂ ਘੱਟ ਖਰਚ ਕਿਹਨੇ ਕੀਤਾ? ਆਸਟਰੀਆ ਨੇ ਕੀਤਾ ਕਿਤਾਬਾਂ ਦੇ ਉੱਤੇ। ਔਰ ਦੂਜਾ ਸੈਂਟੈਂਸ ਹਾਊਐਵਰ ਲਗਾ ਕੇ, ਪਰੰਤੂ ਲਗਾ ਕੇ ਕੀ ਬਣੇਗਾ? ਪਰ ਜਰਮਨੀ ਨੇ ਸਭ ਤੋਂ ਜ਼ਿਆਦਾ ਖਰਚ ਕੀਤਾ ਉਹਨਾਂ ਦੇ ਉੱਤੇ, ਕਿਹਨਾਂ ਦੇ ਉੱਤੇ? ਕਿਤਾਬਾਂ ਦੇ ਉੱਤੇ, ਉਹਨਾਂ ਦੇ ਉੱਤੇ ਇਸੇ ਸਾਲ ਵਿੱਚ। ਇਹ ਸਾਡੇ ਦੋ ਸੈਂਟੈਂਸ ਬਣ ਗਏ।
ਇਹਨਾਂ ਨੂੰ ਤੁਸੀਂ ਇੰਗਲਿਸ਼ ਵਿੱਚ ਲਿਖੋ। ਵੀਡੀਓ ਪੌਜ਼ ਕਰੋ, ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਵੀਡੀਓ ਪੌਜ਼ ਹਟਾ ਕੇ ਫਿਰ ਤੁਸੀਂ ਚੈੱਕ ਕਰੋ ਕਿ ਤੁਹਾਡਾ ਆਨਸਰ ਸਹੀ ਹੈ ਕਿ ਗਲਤ ਹੈ। ਹੁਣ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਸਬਜੈਕਟਸ ਦੋ ਨੇ। ਦੋ ਸਬਜੈਕਟਸ ਕਿਹੜੇ ਹੈ? ਆਸਟਰੀਆ ਤੇ ਜਰਮਨੀ। ਤੇ ਪਹਿਲਾ ਸੈਂਟੈਂਸ ਸਾਡਾ ਕੀ ਬਣੇਗਾ? ਆਸਟਰੀਆ ਸਪੈਂਟ ਦ ਲੀਸਟ ਔਨ ਬੁੱਕਸ। ਸਭ ਤੋਂ ਘੱਟ ਖਰਚ ਆਸਟਰੀਆ ਨੇ ਕੀਤਾ ਕਿਤਾਬਾਂ ਦੇ ਉੱਤੇ 1995 ਦੇ ਵਿੱਚ। ਤੇ ਉਸੇ ਸਾਲ ਵਿੱਚ however full stop ਲਗਾ ਕੇ however the H capital however comma Germany spent the maximum on them ਕਿਹਦੇ ਲਈ ਲਗਾਤਾ? ਕਿਤਾਬਾਂ ਲਈ। on them in the same year ਉਸੇ ਸਾਲ ਵਿੱਚ। ਇਸੇ ਸਾਲ ਵਿੱਚ ਮਤਲਬ 1995 ਦੇ ਵਿੱਚ ਹੀ। ਇਸ ਤਰੀਕੇ ਨਾਲ ਦੋ ਸੈਂਟੈਂਸ ਬਣੇ ਹੈ। ਹੁਣ ਅਗਲੀ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ ਪੰਜਾਬੀ ਵਿੱਚ, ਜਿਹੜੀ ਕਿ ਸਬਜੈਕਟ ਸੇਮ ਹੋਏਗਾ ਤੇ ਉਹ ਤੁਸੀਂ ਕੰਪਲੈਕਸ ਸੈਂਟੈਂਸ ਬਣਾਉਣਾ ਹੈ ਸੈਮੀਕੋਲਨ ਨੂੰ ਇਸਤੇਮਾਲ ਕਰਕੇ। ਹੁਣ ਅਸੀਂ ਕੋਈ ਵੀ ਇੱਕ ਸਬਜੈਕਟ ਚੁੱਕਾਂਗੇ, ਮਤਲਬ ਇੱਕ ਕੰਟਰੀ ਬਾਰੇ ਗੱਲ ਕਰਾਂਗੇ, ਇੱਕ ਖਾਸ ਕੰਟਰੀ ਬਾਰੇ, ਚਾਹੇ ਕੋਈ ਵੀ ਕੰਟਰੀ ਹੋਵੇ। ਤੇ ਮੈਂ ਇੱਥੇ ਸਿਲੈਕਟ ਕੀਤਾ ਇਟਲੀ ਨੂੰ। ਤੇ ਇਹਦੇ ਵਿੱਚ ਸੈਂਟੈਂਸ ਤੁਹਾਡਾ ਬਣੇਗਾ ਇਟਲੀ ਨੇ ਆਸਟਰੀਆ ਨਾਲੋਂ ਜ਼ਿਆਦਾ ਸਪੈਂਡ ਕੀਤਾ 1995 ਵਿੱਚ। ਤੁਸੀਂ ਦੇਖ ਸਕਦੇ ਹੋ 1995 ਵਿੱਚ ਇਟਲੀ ਨੇ ਆਸਟਰੀਆ ਨਾਲੋਂ ਜ਼ਿਆਦਾ ਸਪੈਂਡ ਕੀਤਾ, ਪਰ ਇਹਨੇ ਸਭ ਤੋਂ ਜ਼ਿਆਦਾ ਘੱਟ ਸਪੈਂਡ ਕੀਤਾ 2005 ਵਿੱਚ। ਕਿਹਨੇ? ਇਟਲੀ ਨੇ। ਤੁਸੀਂ ਧਿਆਨ ਨਾਲ ਲਾਈਨਸ ਦੇਖ ਸਕਦੇ ਹੋ। ਇਟਲੀ ਯੈਲੋ ਕਲਰ ਦੀ ਲਾਈਨ ਹੈ, ਜਿਹਨੇ ਕਿ ਆਸਟਰੀਆ ਨਾਲੋਂ ਜ਼ਿਆਦਾ ਖਰਚ ਕੀਤਾ ਸੀਗਾ ਕਿਤਾਬਾਂ ਦੇ ਉੱਤੇ 1995 ਤੋਂ ਲੈ ਕੇ 2003 ਤੱਕ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਉਹਨੇ ਸਭ ਤੋਂ ਘੱਟ ਖਰਚ ਕੀਤਾ 2003 ਤੇ 2005 ਵਿੱਚ। ਹੁਣ ਤੁਸੀਂ ਚੈੱਕ ਕਰੋ ਜੀ ਆਪਣਾ ਆਨਸਰ ਤੁਸੀਂ ਸਹੀ ਲਿਖਿਆ। ਦੇਖੋ ਜੀ ਆਨਸਰ ਆਪਣਾ, ਇਟਲੀ ਸਪੈਂਟ ਮੋਰ ਦੈਨ ਆਸਟਰੀਆ। ਇਟਲੀ ਨੇ ਆਸਟਰੀਆ ਨਾਲੋਂ ਜ਼ਿਆਦਾ ਸਪੈਂਡ ਕੀਤਾ ਸੀ। ਕਿੱਥੇ ਤੋਂ ਕਿੱਥੇ ਸਾਲ ਤੱਕ? ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ? ਫਰੋਮ 1995 ਟੂ 2001। 1995 ਤੋਂ 2001 ਤੱਕ ਉਹਨੇ ਆਸਟਰੀਆ ਨਾਲੋਂ ਜ਼ਿਆਦਾ ਸਪੈਂਡ ਕੀਤਾ ਸੀ। ਸੈਮੀਕੋਲਨ ਹਾਊਐਵਰ ਕੋਮਾ ਇਟ ਕਿਹਦੇ ਲਈ ਲੱਗਿਆ? ਇਟਲੀ ਲਈ। ਇਟਲੀ ਸਾਡਾ ਸੇਮ ਸਬਜੈਕਟ ਹੈ, ਅਸੀਂ ਇੱਕੋ ਸਬਜੈਕਟ ਬਾਰੇ ਗੱਲ ਕਰ ਰਹੇ ਹਾਂ, ਇਸ ਕਰਕੇ ਇਸ ਨੂੰ ਅਸੀਂ ਕੰਪਲੈਕਸ ਸੈਂਟੈਂਸ ਵਿੱਚ ਸੈਮੀਕੋਲਨ ਯੂਜ਼ ਕਰਦੇ ਹੋਏ ਹਾਊਐਵਰ ਯੂਜ਼ ਕਰਦੇ ਹੋਏ ਇਸਤੇਮਾਲ ਕਰ ਸਕਦੇ ਹਾਂ। ਕੋਮਾ ਇਟ ਸਪੈਂਟ ਦ ਲੀਸਟ, ਇਹਨੇ ਸਭ ਤੋਂ ਘੱਟ ਸਪੈਂਡ ਕੀਤਾ। ਸਭ ਤੋਂ ਘੱਟ ਸਪੈਂਡ ਕੀਤਾ ਕਿਹੜੇ ਸਾਲਾਂ ਵਿੱਚ? ਇਨ 2003 ਐਂਡ 2005। ਉਮੀਦ ਕਰਦੀ ਹਾਂ ਤੁਹਾਨੂੰ ਦੋਨੋਂ ਤਰ੍ਹਾਂ ਨਾਲ ਸਮਝ ਲੱਗ ਗਈ ਕਿਸ ਤਰੀਕੇ ਨਾਲ ਸੈਂਟੈਂਸ ਬਣਾਉਣਾ ਹੈ। ਤੁਹਾਡੇ ਸਹੀ ਵੀ ਹੋਏ ਹੋਣਗੇ, ਜੇ ਨਹੀਂ ਵੀ ਸਹੀ ਹੋਣਗੇ ਕੋਈ ਗੱਲ ਨਹੀਂ। ਹੁਣ ਅਗਲਾ ਗ੍ਰਾਫ ਕਰਨ ਜਾ ਰਹੇ ਹਾਂ, ਉਹਦੇ ਵਿੱਚ ਫਿਰ ਤੋਂ ਕਰੋ, ਫਿਰ ਟਰਾਈ ਕਰੋ, ਟਰਾਈ ਕਰੀ ਜਾਓ ਜਦ ਤੱਕ ਤੁਹਾਡਾ ਬਿਲਕੁਲ ਸਹੀ ਨਹੀਂ ਹੋ ਜਾਂਦਾ। ਹੁਣ ਅਸੀਂ ਲਾਸਟ ਐਗਜ਼ਾਮਪਲ ਕਰਨ ਜਾ ਰਹੇ ਹਾਂ ਰਾਈਟਿੰਗ ਟਾਸਕ 1 ਦੀ। ਇਸ ਗ੍ਰਾਫ ਵਿੱਚ ਦਿੱਤਾ ਗਿਆ ਹੈ ਕਿ ਇੱਕ ਯੂਰਪੀਅਨ ਸਿਟੀ ਵਿੱਚ ਲੋਕਾਂ ਨੇ 1960, 1980 ਐਂਡ 2000 ਵਿੱਚ ਕੀ ਤਰੀਕਾ ਅਪਣਾਇਆ ਸੀ, ਕਿਹੜਾ ਮੋਡ ਆਫ ਟਰਾਂਸਪੋਰਟ ਅਪਣਾਇਆ ਸੀ ਟਰੈਵਲ ਕਰਨ ਲਈ ਆਪਣੇ ਕੰਮ ਤੇ। ਔਰ ਇਹ ਕੀ ਦਿੱਤਾ ਹੋਇਆ? ਪਰਸੈਂਟੇਜ ਆਫ ਟਰੈਵਲਰਸ ਦਿੱਤਾ ਹੋਇਆ। ਉਹਨਾਂ ਦੀ ਪਰਸੈਂਟੇਜ ਦਿੱਤੀ ਹੋਈ ਹੈ 5%, 10%, 15%। ਕਿੰਨੇ ਪਰਸੈਂਟ ਲੋਕ ਹੈ ਕਾਰ ਇਸਤੇਮਾਲ ਕਰਦੇ ਸੀ ਕੰਮ ਤੇ ਜਾਣ ਨੂੰ, ਕਿੰਨੇ ਬੱਸ ਇਸਤੇਮਾਲ ਕਰਦੇ ਸੀ, ਕਿੰਨੇ ਬਾਈਕ ਤੇ ਕਿੰਨੇ ਪੈਦਲ ਜਾਂਦੇ ਸੀ। ਹੁਣ ਜੇ ਅਸੀਂ ਕੰਪਲੈਕਸ ਸੈਂਟੈਂਸ ਬਣਾਉਣਾ ਹੋਵੇ ਤੇ ਸੇਮ ਸਬਜੈਕਟ ਚਾਹੀਦਾ। ਤੇ ਸੇਮ ਸਬਜੈਕਟ ਜਿਹੜਾ ਹੈ ਸਾਡਾ, ਜਾਂ ਤੇ ਉਹ ਮੋਡ ਆਫ ਟਰਾਂਸਪੋਰਟੇਸ਼ਨ ਹੋ ਸਕਦਾ ਹੈ। ਫੋਰ ਐਗਜ਼ਾਮਪਲ ਕਿ ਬੱਸ ਰਾਹੀਂ ਕਿੰਨੇ ਪਰਸੈਂਟੇਜ ਲੋਕਾਂ ਨੇ ਹਰ ਸਾਲ ਵਿੱਚ ਟਰੈਵਲ ਕੀਤਾ। ਜਾਂ ਫਿਰ ਸੇਮ ਈਅਰ ਹੋ ਸਕਦਾ ਹੈ ਕਿ ਸੇਮ ਈਅਰ ਦੀ ਗੱਲ ਕੀਤੀ ਜਾਵੇ, 2000 ਦੀ ਗੱਲ ਕੀਤੀ ਜਾਵੇ ਤੇ 2000 ਵਿੱਚ ਕਿੰਨੇ ਲੋਕਾਂ ਨੇ ਸਭ ਤੋਂ ਜ਼ਿਆਦਾ ਬੱਸ ਰਾਹੀਂ ਟਰੈਵਲ ਕੀਤਾ ਜਾਂ ਬਾਈਕ ਰਾਹੀਂ ਟਰੈਵਲ ਕੀਤਾ, ਜਾਂ ਸਭ ਤੋਂ ਘੱਟ ਕਿਹੜੇ ਰਾਹੀਂ ਟਰੈਵਲ ਕੀਤਾ। ਇਸ ਤਰੀਕੇ ਨਾਲ ਸੇਮ ਸਬਜੈਕਟ ਅਸੀਂ ਕਿਸੇ ਵੀ ਹਿਸਾਬ ਨਾਲ ਲੈ ਸਕਦੇ ਹਾਂ, ਜਾਂ ਈਅਰ ਲੈ ਸਕਦੇ ਹਾਂ, ਜਾਂ ਫਿਰ ਅਸੀਂ ਮੋਡ ਆਫ ਟਰਾਂਸਪੋਰਟੇਸ਼ਨ ਲੈ ਸਕਦੇ ਹਾਂ। ਹੁਣ ਜੇ ਅਸੀਂ 1960 ਦੇਖੀਏ, 1960 ਵਿੱਚ ਕੀ ਹੋਇਆ, ਉਹਦਾ ਸੈਂਟੈਂਸ ਇਹ ਬਣੇਗਾ ਕਿ ਟਰੈਵਲਰਸ ਦੀ ਸਭ ਤੋਂ ਜ਼ਿਆਦਾ ਪਰਸੈਂਟੇਜ ਨੇ ਪੈਦਲ ਯਾਤਰਾ ਕੀਤੀ ਯੂਰਪੀਅਨ ਸਿਟੀ ਵਿੱਚ 1960 ਵਿੱਚ, ਪਰ ਲੋਕਾਂ ਨੇ ਕਾਰ ਨੂੰ ਸਭ ਤੋਂ ਘੱਟ ਇਸਤੇਮਾਲ ਕੀਤਾ
ਇसी ਸਾਲ ਵਿੱਚ। ਹੁਣ ਤੁਸੀਂ ਵੀਡੀਓ ਪੌਜ਼ ਕਰਕੇ ਇਹ ਸੈਂਟੈਂਸ ਨੂੰ, ਕੰਪਲੈਕਸ ਸੈਂਟੈਂਸ ਨੂੰ ਸੈਮੀਕੋਲਨ ਹਾਊਐਵਰ ਯੂਜ਼ ਕਰਕੇ ਬਣਾਓਗੇ। ਹੁਣ ਤੁਸੀਂ ਦੇਖ ਸਕਦੇ ਇਹ ਸੈਂਟੈਂਸ ਕਿਵੇਂ ਬਣਾਇਆ ਗਿਆ। ਦ ਮੈਕਸੀਮਮ ਪਰਸੈਂਟੇਜ ਆਫ ਟਰੈਵਲਰਸ, ਸਭ ਤੋਂ ਜ਼ਿਆਦਾ ਪਰਸੈਂਟੇਜ ਟਰੈਵਲਰਸ ਦੀ ਉਹਨਾਂ ਨੇ ਕੀ ਕੀਤਾ, ਟਰੈਵਲਡ ਔਨ ਫੁੱਟ, ਉਹਨਾਂ ਨੇ ਪੈਦਲ ਯਾਤਰਾ ਕੀਤੀ। in a European city in the year 1960 semicolon however comma people used the car the least in the same year। people ਅਸੀਂ the percentage ਦੀ ਜਗ੍ਹਾ ਲਗਾ ਦਿੱਤਾ ਹੈ, percentage ਲੋਕਾਂ ਦੀ ਹੀ ਹੈ, percentage travelers ਦੀ ਹੀ ਹੈ, travelers ਦੀ ਜਗ੍ਹਾ ਅਸੀਂ people ਲਿਖ ਦਿੱਤਾ ਹੈ। however comma people used the car the least in the same year। ਹੁਣ ਅਸੀਂ ਇੱਕ ਹੋਰ ਕੰਪਲੈਕਸ ਸੈਂਟੈਂਸ ਬਣਾਵਾਂਗੇ ਐਂਡ ਇਸ ਵਿੱਚ ਅਸੀਂ ਇੱਕ ਮੋਡ ਆਫ ਟਰਾਂਸਪੋਰਟ ਲਵਾਂਗੇ, ਸੇਮ ਮੋਡ ਆਫ ਟਰਾਂਸਪੋਰਟ ਲਵਾਂਗੇ ਬੱਸ। ਕੱਲੀ ਬੱਸ ਬਾਰੇ ਗੱਲ ਕਰਾਂਗੇ ਜਾਂ ਕੱਲੀ ਕਾਰ ਬਾਰੇ ਵੀ ਕਰ ਸਕਦੇ ਹਾਂ। ਅਸੀਂ ਬੱਸ ਨੂੰ ਸਿਲੈਕਟ ਕੀਤਾ ਹੈ ਅਤੇ ਇਹਦਾ ਸੈਂਟੈਂਸ ਕਿੱਦਾਂ ਬਣੇਗਾ ਜੇ ਕੱਲੀ ਬੱਸ ਨੂੰ ਦੇਖਿਆ ਜਾਵੇ ਤਾਂ, ਕਿ ਸਭ ਤੋਂ ਜ਼ਿਆਦਾ ਪਰਸੈਂਟੇਜ ਲੋਕਾਂ ਦੀ ਸਭ ਤੋਂ ਜ਼ਿਆਦਾ ਪਰਸੈਂਟੇਜ ਨੇ ਬੱਸ ਨੂੰ ਇਸਤੇਮਾਲ ਕੀਤਾ 1980 ਵਿੱਚ, ਪਰ ਸਭ ਤੋਂ ਘੱਟ ਬੱਸ ਰਾਹੀਂ ਟਰੈਵਲ ਕੀਤਾ 2000 ਵਿੱਚ। ਅਸੀਂ ਸਾਲਾਂ ਦੇ ਬਾਰੇ ਗੱਲ ਕਰਨੀ ਹੈ ਅਤੇ ਇੱਕੋ ਬੱਸ ਦੇ ਬਾਰੇ ਗੱਲ ਕਰਨੀ ਹੈ ਕਿ ਬੱਸ ਦੇ ਰਾਹੀਂ ਇਹ 3 ਸਾਲਾਂ ਵਿੱਚ ਕਿੱਦਾਂ ਲੋਕਾਂ ਨੇ ਕਿੰਨੇ ਪਰਸੈਂਟੇਜ ਲੋਕਾਂ ਨੇ ਟਰੈਵਲ ਕੀਤਾ। ਅਤੇ ਉਸ ਹਿਸਾਬ ਨਾਲ ਸਾਡਾ ਸੈਂਟੈਂਸ ਇਵੇਂ ਬਣੇਗਾ ਕਿ ਸਭ ਤੋਂ ਜ਼ਿਆਦਾ ਲੋਕਾਂ ਦੀ ਪਰਸੈਂਟੇਜ ਨੇ ਬੱਸ ਦਾ ਇਸਤੇਮਾਲ 1980 ਵਿੱਚ ਕੀਤਾ, ਪਰ ਸਭ ਤੋਂ ਘੱਟ ਲੋਕਾਂ ਨੇ ਬੱਸ ਰਾਹੀਂ ਟਰੈਵਲ ਕੀਤਾ 2000 ਵਿੱਚ। ਹੁਣ ਤੁਸੀਂ ਫਿਰ ਤੋਂ ਵੀਡੀਓ ਪੌਜ਼ ਕਰੋਗੇ ਕੁਝ ਸੈਕਿੰਡਸ ਲਈ ਅਤੇ ਆਪਣੀ ਨੋਟਬੁੱਕ 'ਤੇ ਇਹ ਸੈਂਟੈਂਸ ਬਣਾਓਗੇ। ਹੁਣ ਤੁਸੀਂ ਦੇਖ ਸਕਦੇ ਸੈਂਟੈਂਸ ਕਿਸ ਤਰੀਕੇ ਨਾਲ ਬਣਦਾ ਹੈ। ਦ ਮੈਕਸੀਮਮ ਪਰਸੈਂਟੇਜ ਆਫ ਪੀਪਲ ਯੂਜ਼ ਦ ਬੱਸ ਇਨ 1980 ਸੈਮੀਕੋਲਨ ਹਾਊਐਵਰ ਕੋਮਾ ਦ ਲੀਸਟ ਟਰੈਵਲਡ ਬਾਈ ਬੱਸ ਇਨ 2000 ਫੁੱਲ ਸਟਾਪ। ਅਤੇ ਬੱਸ ਬਾਰੇ ਹੀ ਗੱਲ ਕੀਤੀ ਹੈ ਕਿ ਸਭ ਤੋਂ ਜ਼ਿਆਦਾ ਪਰਸੈਂਟੇਜ ਲੋਕਾਂ ਦੀ ਜਿਨ੍ਹਾਂ ਨੇ ਬੱਸ ਰਾਹੀਂ ਟਰੈਵਲ ਕੀਤਾ, ਉਹਨਾਂ ਨੇ ਕਦੋਂ ਟਰੈਵਲ ਕੀਤਾ 1980 ਵਿੱਚ, ਪਰ ਸਭ ਤੋਂ ਘੱਟ ਬੱਸ ਰਾਹੀਂ ਟਰੈਵਲ ਕੀਤਾ 2000 ਵਿੱਚ। ਅਤੇ ਇੱਕੋ ਮੋਡ ਆਫ ਟਰਾਂਸਪੋਰਟ ਬਾਰੇ ਗੱਲ ਕੀਤੀ ਜਾ ਰਹੀ ਹੈ, ਬੱਸ ਬਾਰੇ। ਹੁਣ ਅਸੀਂ 2 ਵੱਖਰੇ ਸੈਂਟੈਂਸ ਬਣਾਵਾਂਗੇ ਜਿਹਦੇ ਲਈ ਸਾਨੂੰ ਸੇਮ ਸਬਜੈਕਟ ਦੀ ਲੋੜ ਨਹੀਂ ਹੈ। ਅਤੇ ਇੱਥੇ ਅਸੀਂ ਸੈਂਟੈਂਸ ਇਹ ਬਣਾਵਾਂਗੇ ਕਿ ਯੂਰਪੀਅਨ ਸਿਟੀ ਵਿੱਚ ਲੋਕਾਂ ਨੇ ਸਭ ਤੋਂ ਜ਼ਿਆਦਾ ਕਾਰ ਇਸਤੇਮਾਲ ਕੀਤੀ 2000 ਵਿੱਚ, ਪਰ ਸਭ ਤੋਂ ਜ਼ਿਆਦਾ ਲੋਕੀ ਟਰੈਵਲ ਕੀਤੇ ਪੈਦਲ 1980 ਵਿੱਚ। ਮੀਨਸ ਸਭ ਤੋਂ ਜ਼ਿਆਦਾ ਦੋਨਾਂ ਵਿੱਚ ਆ ਗਿਆ ਕਿ 2000 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਟਰੈਵਲ ਕੀਤਾ ਕਾਰ ਰਾਹੀਂ ਐਂਡ 1980 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਯਾਤਰਾ ਕੀਤੀ ਪੈਦਲ। ਇਹ 2 ਸੈਂਟੈਂਸ ਇਸ ਤਰੀਕੇ ਨਾਲ ਬਣਨਗੇ। ਦ ਪੀਪਲ ਇਨ ਯੂਰਪੀਅਨ ਯੂਜ਼ਡ ਦ ਕਾਰ ਦ ਮੋਸਟ ਇਨ 2000 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਕਾਰ ਇਸਤੇਮਾਲ ਕੀਤੀ। ਹਾਊਐਵਰ ਪਰ ਦ ਹਾਈਐਸਟ ਰੇਟ ਆਫ ਪੀਪਲ ਟਰੈਵਲਡ ਔਨ ਫੁੱਟ ਇਨ 1980 ਪਰ 1980 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਪੈਦਲ ਯਾਤਰਾ ਕੀਤੀ। ਜੇ ਅਸੀਂ ਰਾਈਟਿੰਗ ਟਾਸਕ 2 ਦੀ ਗੱਲ ਕਰੀਏ ਤਾਂ ਰਾਈਟਿੰਗ ਟਾਸਕ 2 ਵਿੱਚ ਕਦੀ ਕਵਾਰ 2 ਓਪੀਨੀਅਨਸ ਆਉਂਦੀਆਂ, 2 ਵੱਖਰੀਆਂ ਓਪੀਨੀਅਨਸ ਆਉਂਦੀਆਂ। ਇਹੋ ਜਿਹੇ ਐਸੇ ਦੀ ਇੰਟਰੋਡਕਸ਼ਨ ਵਿੱਚ ਅਸੀਂ ਇਸ ਤਰੀਕੇ ਦਾ ਸੈਂਟੈਂਸ ਬਣਾ ਸਕਦੇ ਹਾਂ। ਸਮ ਇੰਡੀਵਿਜੂਅਲਸ ਓਪੀਨ ਟੂ ਐਕਸੈਪਟ ਅ ਬੈਡ ਸਿਚੁਏਸ਼ਨ ਸੈਮੀਕੋਲਨ ਹਾਊਐਵਰ ਕੋਮਾ ਅਦਰਸ ਬਿਲੀਵ ਦੈਟ ਵਨ ਸ਼ੁੱਡ ਟਰਾਈ ਟੂ ਇੰਪਰੂਵ ਸੱਚ ਅ ਸਿਚੁਏਸ਼ਨ। ਕੁਝ ਲੋਕ ਕਹਿੰਦੇ ਨੇ ਕਿ ਬੈਡ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਹੈ ਉਹਨੂੰ ਐਕਸੈਪਟ ਕਰ ਲਿਆ ਜਾਵੇ, ਅਤੇ ਦੂਜੇ ਲੋਕ ਕਹਿੰਦੇ ਕਿ ਨਹੀਂ ਉਸ ਸਿਚੁਏਸ਼ਨ ਨੂੰ ਸਾਨੂੰ ਇੰਪਰੂਵ ਕਰਨਾ ਚਾਹੀਦਾ, ਐਕਸੈਪਟ ਨਹੀਂ ਕਰਨਾ ਚਾਹੀਦਾ। ਅਤੇ ਇਸ ਤਰ੍ਹਾਂ ਨਾਲ 2 ਓਪੀਨੀਅਨਸ ਵੱਖਰੀਆਂ ਦਿੱਤੀਆਂ ਗਈਆਂ ਅਤੇ ਦੋਨਾਂ ਵੱਖਰੀਆਂ ਓਪੀਨੀਅਨਸ ਨੂੰ ਲਿਖਦੇ ਹੋਏ ਰੀਫਰੇਜ਼ ਕਰਦੇ ਹੋਏ ਅਸੀਂ ਕੰਪਲੈਕਸ ਸੈਂਟੈਂਸ ਯੂਜ਼ ਕਰ ਸਕਦੇ ਹਾਂ। ਇਹ ਦੂਸਰੀ ਐਗਜ਼ਾਮਪਲ ਹੈ। ਸਮ ਇੰਡੀਵਿਜੂਅਲਸ ਓਪੀਨ ਦੈਟ ਡਿਊ ਟੂ ਦ ਐਡਵਾਂਸਮੈਂਟ ਇਨ ਟੈਕਨੋਲੋਜੀ ਪੀਪਲ ਵਿਲ ਨੋ ਲੋਂਗਰ ਯੂਜ਼ ਪ੍ਰਿੰਟਡ ਮੀਡੀਆ ਇਨ ਫਿਊਚਰ। ਜਿਵੇਂ ਐਡਵਾਂਸਮੈਂਟ ਹੁੰਦੀ ਜਾ ਰਹੀ ਹੈ ਟੈਕਨੋਲੋਜੀ ਵਿੱਚ, ਉਹਨੂੰ ਦੇਖ ਕੇ ਕਈ ਲੋਕ ਇਹ ਸੋਚਦੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਪ੍ਰਿੰਟਡ ਮੀਡੀਆ ਬਿਲਕੁਲ ਹੀ ਖਤਮ ਹੋ ਜਾਏਗਾ।
semicolon, however, comma, others believe that the use of books and newspapers will never disappear। पर दूजी तरह ਦੇ ਲੋਕ ਇੱਦਾਂ ਸੋਚਦੇ ਆ, ਦੂਸਰੀ ਰਾਏ ਇਹ ਰੱਖਦੇ ਆ ਲੋਕੀ ਕਿ ਇੱਦਾਂ ਕਦੀ ਵੀ ਨਹੀਂ ਹੋਏਗਾ, ਨਿਊਜ਼ਪੇਪਰਸ ਤੇ ਬੁੱਕਸ ਕਦੀ ਵੀ ਫਿਊਚਰ ਵਿੱਚ ਡਿਸਅਪੀਅਰ ਨਹੀਂ ਹੋਣਗੀਆਂ। ਸਮ ਪੀਪਲ ਥਿੰਕ ਦੀ ਜਗ੍ਹਾ 'ਤੇ ਤੁਸੀਂ ਕਿਹੜੇ ਸਿਨੋਨਿਮਸ ਯੂਜ਼ ਕਰ ਸਕਦੇ ਹੋ, ਉਹ ਸਾਰੇ ਲਿਖੇ ਗਏ ਨੇ, ਤੁਸੀਂ ਇਹਨਾਂ ਨੂੰ ਆਪਣੀ ਨੋਟਬੁੱਕ 'ਤੇ ਨੋਟ ਕਰ ਸਕਦੇ ਹੋ ਅਤੇ ਰਾਈਟਿੰਗ ਟਾਸਕ 2 ਵਿੱਚ ਯੂਜ਼ ਕਰ ਸਕਦੇ ਹੋ। ਹੁਣ ਇਹ ਟੌਪਿਕ ਦਿੱਤਾ ਗਿਆ ਹੈ, ਇਸ ਟੌਪਿਕ ਦੇ ਉੱਤੇ ਤੁਸੀਂ ਕੰਪਲੈਕਸ ਸੈਂਟੈਂਸ ਬਣਾ ਸਕਦੇ ਹੋ ਅਤੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਤੇ ਤੁਹਾਡਾ ਸੈਂਟੈਂਸ ਚੈੱਕ ਕੀਤਾ ਜਾਏਗਾ ਅਤੇ ਤੁਹਾਨੂੰ ਫੀਡਬੈਕ ਦਿੱਤਾ ਜਾਏਗਾ। ਇੱਕ ਹੋਰ ਤੁਹਾਨੂੰ ਇਸੇ ਤਰ੍ਹਾਂ ਦਾ ਟੌਪਿਕ ਦਿੱਤਾ ਜਾ ਰਿਹਾ ਹੈ, ਉਹਦਾ ਵੀ ਤੁਸੀਂ ਕੰਪਲੈਕਸ ਸੈਂਟੈਂਸ ਬਣਾ ਸਕਦੇ ਹੋ।